ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਸ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜਿਉਂ ਬੁਲਾਵਹਿ ਤਿਉਂ ਬੋਲਹਾਂ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਏਹਾ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਘਰ ਅੱਠਵਾਂ ਕਾਫੀ ਮਹੱਲਾ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਹਰਿ ਕੈ ਭਾਣੈ ਸਤਿਗੁਰ ਮਿਲੈ, ਸੱਚ ਸੋਝੀ ਹੋਈ। ਗੁਰ ਪ੍ਰਸਾਦੀ ਮਨ ਵਸੈ, ਹਰਿ ਬੂਝੈ ਸੋਈ। ਹਰਿ ਕੈ ਭਾਣੈ ਸਤਿਗੁਰ ਮਿਲੈ, ਸੱਚ ਸੋਝੀ ਹੋਈ। ਗੁਰ ਪ੍ਰਸਾਦੀ ਮਨ ਬਸੈ, ਹਰਿ ਬੂਝੈ ਸੋਈ। ਮੈਂ ਸੋ ਦਾਤਾ ਏਕ ਹੈ, ਅਵਰ ਨਾਹੀ ਕੋਈ। ਗੁਰ ਕਿਰਪਾ ਤੇ ਮਨ ਬਸੈ, ਤਾਂ ਸਦਾ ਸੁਖ ਹੋਈ। ਰਹਾਉ ਇਸ ਜੁਗ ਮੈਂ ਨਿਰਭਉ ਹਰਿ ਨਾਮ ਹੈ, ਪਾਈਐ ਗੁਰ ਵਿਚਾਰ। ਬਿਨ ਨਾਵੈ ਜਮ ਕੈ ਬਸ ਹੈ, ਮਨ ਮੁਖ ਅੰਧ ਗਵਾਰ। ਹਰਿ ਕੈ ਭਾਣੈ ਜਨ ਸੇਵਾ ਕਰੈ, ਬੂਝੈ ਸੱਚ ਸੋਈ। ਹਰਿ ਕੈ ਭਾਣੈ ਸਲਾਹੀਐ, ਭਾਣਾ ਮੰਨਿਐ ਸੁਖ ਹੋਈ। ਹਰਿ ਕੈ ਭਾਣੈ ਜਨਮ ਪਦਾਰਥ ਪਾਇਆ, ਹਰਿ ਊਤਮ ਹੋਈ। ਨਾਨਕ ਨਾਮ ਸਲਾਹੇ ਤੂੰ, ਗੁਰਮਤਿ ਗਤ ਹੋਈ। ਨਾਨਕ ਨਾਮ ਸਲਾਹੇ ਤੂੰ, ਗੁਰਮਤਿ ਗਤ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ ਸੰਗਤਾਂ ਨੂੰ। ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ, ਗੁਰੂ ਦੀ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਆਸਾ ਰਾਗ ਦੇ ਅੰਦਰ ਮਹੱਲਾ ਤੀਜਾ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ। ਆਸਾ ਰਾਗ ਦੇ ਘਰ 8ਵੇਂ ਸਰਤਾਲ ਦੇ ਵਿੱਚ
ਕਾਫੀ ਇੱਕ ਰਾਗਣੀ ਹੈ, ਜੋ ਕਾਫੀ ਰਾਗਣੀ ਦੇ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਅਦਵੈਤ ਸਰੂਪ ਪਰਮੇਸ਼ਰ, ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਸੱਚੇ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਇੱਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਸੰਸਾਰੀ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਕੇ ਸਮਝਾ ਰਹੇ ਹਨ। ਮਹਾਰਾਜ ਜੀ ਕਥਨ ਕਰਦੇ ਹਨ ਕਿ ਹਰ ਕੈ ਭਾਣੈ ਸਤਿਗੁਰ ਮਿਲੈ। ਗੁਰਬਾਣੀ ਦੁਆਰਾ ਸਮਝਾ ਰਹੇ ਹਨ ਸਿੱਖ ਸੰਗਤਾਂ ਨੂੰ ਕਿ ਹੇ ਭਾਈ, ਜੋ ਪਰਮੇਸ਼ਰ ਦੇ ਭਾਣੇ ਪਰਮੇਸ਼ਰ ਦੇ ਹੁਕਮ ਵਿੱਚ ਚੱਲਦੇ ਹਨ। ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਭਾਈ, ਜਿਹੜੇ ਸਤਿਗੁਰੂ ਦੇ ਹੁਕਮ ਵਿੱਚ ਚੱਲਦੇ ਹਨ ਤੇ ਪਰਮੇਸ਼ਰ ਦੇ ਭਾਣੇ ਮੁਤਾਬਕ ਚੱਲਦੇ ਹਨ, ਸਤਿਗੁਰ ਮਿਲੈ, ਉਹਨਾਂ ਨੂੰ ਪੂਰਨ ਸਤਿਗੁਰੂ ਮਿਲ ਪੈਂਦੇ ਹਨ। ਸੱਚ ਸੋਝੀ ਹੋਈ, ਜਿਸ ਕਰਕੇ ਸੱਚੇ ਸਰੂਪ ਦੀ ਉਸ ਪਰਮੇਸ਼ਰ ਦੀ ਸਮਝ ਗਿਆਤ ਆ ਜਾਂਦੀ ਹੈ ਕਿ ਕਿਵੇਂ ਪਰਮੇਸ਼ਰ ਮਿਲੂਗਾ। ਹਰ ਕੈ ਭਾਣੈ, ਇਹ ਭਾਈ ਜੋ ਹਰ ਹਰੀ ਪਰਮੇਸ਼ਰ ਦੇ ਹੁਕਮ ਵਿੱਚ ਚੱਲਦੇ ਹਨ, ਉਹਨਾਂ ਨੂੰ ਸਤਿਗੁਰ ਮਿਲੈ, ਪੂਰਨ ਗੁਰੂ ਮਿਲ ਜਾਂਦਾ ਹੈ। ਪੂਰਨ ਗੁਰੂ ਮਿਲ ਕਰਕੇ ਸੱਚ ਸੋਝੀ ਹੋਈ ਕਿ ਜਿਸ ਕਰਕੇ ਸੱਚੇ ਸਰੂਪ ਦੀ ਉਸ ਅਕਾਲ ਪੁਰਖ ਦੀ ਸਮਝ ਗਿਆਤ ਹੋ ਜਾਂਦੀ ਹੈ। ਗੁਰ ਪ੍ਰਸਾਦੀ ਮਨ ਵਸੈ, ਕਿ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਹੋਣ ਕਰਕੇ ਵਾਹਿਗੁਰੂ ਦਾ ਨਾਮ ਜਿਨ੍ਹਾਂ ਦੇ ਮਨ, ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ। ਹਰ ਬੂਝੈ ਸੋਈ, ਉਹ ਹਰੀ ਪਰਮੇਸ਼ਰ ਦੇ ਸਰੂਪ ਨੂੰ ਬੁੱਝ ਲੈਂਦੇ ਹਨ, ਜਾਣ ਲੈਂਦੇ ਹਨ ਕਿ ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ, ਕੇ ਹਰੇਕ ਦੇ ਹਿਰਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ। ਉਹਨਾਂ ਨੂੰ ਇਹ ਸਮਝ ਪੈ ਜਾਂਦੀ ਹੈ। ਏਕੋ ਹੈ ਭਾਈ, ਏਕੋ ਹੈ ਸਤਿਗੁਰ ਮੇਰਾ, ਏਕੋ ਹੈ। ਉਹ ਇਹ ਸਮਝ ਲੈਂਦੇ ਹਨ ਕਿ ਉਹ ਪਰਮੇਸ਼ਰ ਇੱਕ ਹੈ, ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ, ਲੈਤਾ ਕਰਦਾ ਹੈ, ਪਾਲਣਾ ਕਰਦਾ ਹੈ। ਉਹ ਇੱਕ ਹੀ ਪਰਮੇਸ਼ਰ ਹੈ। ਉਹ ਜਿਹੜੇ ਸਤਿਗੁਰਾਂ ਦੀ ਕਿਰਪਾ ਹੋਣ ਕਰਕੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦੇ ਹਨ, ਉਹ ਪਰਮੇਸ਼ਰ ਨੂੰ, ਪਰਮੇਸ਼ਰ ਦੇ ਸਰੂਪ ਨੂੰ ਜਾਣ ਲੈਂਦੇ ਹਨ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪੇ ਦੀ ਪਛਾਣ ਕਰ ਲੈਂਦੇ ਹਨ ਕਿ ਮੈਂ ਕੀ ਹਾਂ। ਭਾਵ ਉਸ ਪਰਮੇਸ਼ਰ ਦੀ ਜੋਤ ਰੱਖੀ ਹੋਈ ਹੈ ਤਾਂ ਮੈਂ ਚੱਲ ਰਿਹਾ ਹਾਂ, ਉਹ ਸਮਝ ਲੈਂਦੇ ਹਨ। ਹੰਕਾਰੀ ਪੁਰਸ਼ ਮੈਂ ਮੇਰੀ ਦੇ ਵਿੱਚ ਉਲਝੇ ਰਹਿੰਦੇ ਹਨ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ, ਉਹੀ ਪਰਮੇਸ਼ਰ ਦੇ ਸਰੂਪ ਨੂੰ ਜਾਣ ਲੈਂਦੇ ਹਨ ਕਿ ਉਸ ਪਰਮੇਸ਼ਰ ਤੋਂ ਬਿਨਾਂ ਇਹ ਜੀਵ ਕੁਝ ਵੀ ਕਰ ਨਹੀਂ ਸਕਦਾ। ਤੇ ਮਹਾਰਾਜ ਜੀ ਅੱਗੇ ਕਥਨ ਕਰਦੇ ਹਨ, ਮੈਂ ਸੋ ਦਾਤਾ ਏਕ ਹੈ। ਕਹਿਣ ਲੱਗੇ, ਹੇ ਭਾਈ, ਮੈਂ ਮੇਰਾ ਤਾਂ ਇੱਕ ਪਤੀ ਅਕਾਲ ਪੁਰਖ ਹੀ ਦਾਤਾਰ, ਦਾਤਾਂ ਦੇਣ ਵਾਲਾ ਹੈ। ਮੈਂ ਸੋ ਦਾਤਾ ਏਕ ਹੈ, ਸੋ ਪਤੀ। ਕਿ ਹੇ ਭਾਈ, ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਮੇਰਾ ਤਾਂ ਇੱਕ ਪਤੀ ਅਕਾਲ ਪੁਰਖ ਦਾਤਾ, ਦਾਤਾਰ, ਦਾਤਾਂ ਦੇਣ ਵਾਲਾ ਹੈ, ਆਵਰ ਨਾਹੀ ਕੋਈ। ਮਹਾਰਾਜ ਜੀ ਕਹਿਣ ਲੱਗੇ, ਸਾਡੀ ਦ੍ਰਿਸ਼ਟੀ ਵਿੱਚ, ਸਾਡੀ ਨਿਗਾਹ ਵਿੱਚ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਵੀ ਨਹੀਂ, ਇੱਕ ਪਰਮੇਸ਼ਰ ਹੀ ਹੈ ਜਿਹੜਾ ਦਾਤਾਂ ਦੇਣ ਵਾਲਾ ਦਾਤਾਰ ਹੈ, ਅਕਾਲ ਪੁਰਖ ਪਤੀ ਪਰਮੇਸ਼ਰ ਹੈ। ਉਹੀ ਸਭ ਕੁਝ ਦਿੰਦਾ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦਿਆਂ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਕਿ ਜੋ ਕੁਝ ਵੀ ਦਿੰਦਾ ਹੈ
ਉਹ ਪਰਮੇਸ਼ਰ ਹੀ ਦਿੰਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਆਵਰ ਨਾਹੀ ਕੋਈ, ਸਾਡੀ ਦ੍ਰਿਸ਼ਟੀ ਵਿੱਚ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਸਰਾ ਨਹੀਂ ਕਿ ਜੋ ਦਾਤਾਂ ਦੇਵੇ। ਦਾਤਾਂ ਅਕਾਲ ਪੁਰਖ ਹੀ ਦਿੰਦਾ ਹੈ। ਗੁਰ ਕਿਰਪਾ ਤੇ ਮਨ ਬਸੈ, ਸਦਾ ਸੁਖ ਹੋਈ। ਸਤਿਗੁਰਾਂ ਦੀ ਕਿਰਪਾ ਦਿਆਲਤਾ ਤੋਂ ਹੀ ਪਰਮੇਸ਼ਰ ਹਿਰਦੇ ਵਿੱਚ ਵਸ ਜਾਂਦਾ ਹੈ। ਗੁਰ ਕਿਰਪਾ ਤੇ ਗੁਰੂ ਦੀ ਕਿਰਪਾ ਦੁਆਰਾ ਹੀ ਪਰਮੇਸ਼ਰ ਮਨ ਵਸੈ, ਮਨ ਹਿਰਦੇ ਵਿੱਚ ਵਸ ਜਾਂਦਾ ਹੈ। ਹਿਰਦੇ ਵਿੱਚ ਵਸਣ ਕਰਕੇ ਸਦਾ ਸੁਖ ਹੋਈ। ਤਦੋਂ ਹੀ ਹਮੇਸ਼ਾ ਰਹਿਣ ਵਾਲਾ ਸੁੱਖ ਆਨੰਦ ਪ੍ਰਾਪਤ ਹੁੰਦਾ ਹੈ। ਜਦੋਂ ਪਰਮੇਸ਼ਰ ਹਿਰਦੇ ਵਿੱਚ ਵਸ ਜਾਂਦਾ ਹੈ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਹਮੇਸ਼ਾ ਰਹਿਣ ਵਾਲਾ ਸੁੱਖ ਆਨੰਦ ਪ੍ਰਾਪਤ ਹੋ ਜਾਂਦਾ ਹੈ। ਰਹਾਉ। ਵਿਸ਼ਰਾਮ ਦੇ ਕੇ ਅੱਗੇ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਇਸ ਯੁਗ ਮੈਂ ਨਿਰਭਉ ਹਰ ਨਾਮ ਹੈ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਇਸ ਕਲਯੁਗ ਦੇ ਸਮੇਂ ਵਿੱਚ ਨਿਰਭਉ ਭੈ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੀ ਹੈ। ਜੋ ਡਰ ਤੋਂ ਦੂਰ ਕਰਨ ਵਾਲਾ ਹੈ ਉਹ ਪਰਮੇਸ਼ਰ ਦਾ ਨਾਮ ਹੀ ਹੈ। ਨਾਮ ਦੇ ਨਾਲ ਹੀ ਜਨਮ ਮਰਨ ਦਾ ਡਰ ਹੈ ਜਿਹੜਾ ਚੱਕਿਆ ਜਾਂਦਾ ਹੈ। ਜੋ ਵੀ ਇਸ ਨੂੰ ਸੰਸਾ ਹੁੰਦਾ ਹੈ ਉਹ ਸਾਰਾ ਚੱਕਿਆ ਜਾਂਦਾ ਹੈ ਜਦੋਂ ਇਸ ਕਲਯੁਗ ਦੇ ਸਮੇਂ ਵਿੱਚ ਨਿਰਭਉ ਭੈ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਹਿਰਦੇ ਦੇ ਵਿੱਚ ਵਸ ਜਾਂਦਾ ਹੈ। ਫਿਰ ਪਾਈਐ ਗੁਰ ਵਿਚਾਰ। ਜੋ ਪਰਮੇਸ਼ਰ ਦਾ ਨਾਮ ਭੈ ਤੋਂ ਰਹਿਤ ਕਰਨ ਵਾਲਾ ਹੈ, ਇਹ ਨਾਮ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਕਰਨ ਨਾਲ ਪਾਈਂਦਾ ਹੈ। ਜਿਵੇਂ ਵਿਚਾਰ ਹੋ ਰਹੀ ਹੈ ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਕਰਕੇ ਹੀ ਮਹਾਰਾਜ ਜੀ ਕਥਨ ਕਰਦੇ ਹਨ, ਇਹ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਤ ਸੰਗਤ ਕਰਨ ਨਾਲ, ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਨਾਲ ਇਹ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਖਾਣਿਐ। ਜਿੱਥੇ ਇੱਕ ਨਾਮ ਦੀ ਵਿਚਾਰ ਹੁੰਦੀ ਹੈ ਤੇ ਨਾਮ ਦੀ ਦਾਤ ਵੀ ਸਤ ਸੰਗਤ ਦੇ ਵਿੱਚੋਂ ਮਿਲਦੀ ਹੈ। ਇਹ ਪਰਮੇਸ਼ਰ ਦਾ ਨਾਮ ਹੈ ਜਿਹੜਾ ਸਤਿਗੁਰੂ ਦੀ ਵਿਚਾਰ ਕਰਨ ਨਾਲ, ਸ਼ਬਦ ਦੀ ਵਿਚਾਰ ਕਰਨ ਨਾਲ ਪਾਈਂਦਾ ਹੈ। ਬਿਨ ਨਾਵੈ ਜਮ ਕੈ ਬਸ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਪਰਮੇਸ਼ਰ ਦੇ ਨਾਮ ਤੋਂ ਬਗੈਰ ਮਨਮੁਖ ਬੇਮੁਖ ਅੰਨਾ ਗਵਾਰ ਬੇਸਮਝ ਪੁਰਸ਼ ਜਮਦੂਤਾਂ ਦੇ ਬਸ ਵਸੀਕਾਰ ਹੁੰਦਾ ਹੈ, ਬਸ ਪੈ ਜਾਂਦਾ ਹੈ। ਬਿਨ ਨਾਵੈ ਜਮ ਕੈ ਬਸ ਹੈ ਕਿ ਪਰਮੇਸ਼ਰ ਦੇ ਨਾਵੈ ਨਾਮ ਤੋਂ ਬਗੈਰ ਮਨਮੁਖ ਪੁਰਸ਼ ਬੇਮੁਖ ਪੁਰਸ਼ ਅੰਨਾ ਗਵਾਰ ਪੁਰਸ਼ ਜਮਦੂਤਾਂ ਦੇ ਬਸ ਪੈ ਜਾਂਦਾ ਹੈ, ਵਸੀਕਾਰ ਹੁੰਦਾ ਹੈ। ਮਹਾਰਾਜ ਜੀ ਕਥਨ ਕਰਦੇ ਹਨ, ਮਨਮੁਖ ਅੰਧ ਗਵਾਰ। ਉਹ ਮਨਮੁਖ ਲੋਕ ਅੰਧ ਤਾਈ ਅਗਿਆਨ ਦੇ ਅਤਿਅੰਤ ਹਨੇਰੇ ਵਿੱਚ ਗਵਾਰ ਹਨ, ਮੂਰਖ ਹਨ। ਇੰਦਰੀਆਂ ਰੂਪੀ ਗਊਆਂ ਨੂੰ ਵਿਸ਼ਿਆਂ ਰੂਪੀ ਘਾਹ ਚਰਾਉਣ ਵਾਲੇ ਹਨ। ਜਿਹੜੇ ਮਨਮੁਖ ਅੰਧ ਤਾਈ ਅਗਿਆਨ ਦੇ ਅਤਿਅੰਤ ਹਨੇਰੇ ਕਰਕੇ ਮੂਰਖ ਹਨ। ਮਹਾਰਾਜ ਜੀ ਕਹਿਣ ਲੱਗੇ, ਉਹ ਮੂਰਖ ਫਿਰ ਜਮਦੂਤਾਂ ਦੇ ਬਸ ਪੈ ਜਾਂਦੇ ਹਨ। ਹਰ ਕੈ ਭਾਣੈ ਜਨ ਸੇਵਾ ਕਰੈ। ਜਿਹੜੇ ਜਨ, ਜਿਹੜੇ ਪੁਰਸ਼, ਜਿਹੜੇ ਜੀਵ ਪਰਮੇਸ਼ਰ ਦੇ ਭਾਣੈ ਹੁਕਮ ਵਿੱਚ ਭਗਤੀ ਰੂਪੀ ਸੇਵਾ ਕਰਦੇ ਹਨ, ਭਗਤੀ ਰੂਪੀ ਟਹਿਲ ਕਰਦੇ ਹਨ। ਹਰ ਕੈ ਭਾਣੈ ਜਨ ਸੇਵਾ ਕਰੈ। ਜਿਹੜੇ ਜਨ ਪੁਰਸ਼ ਪਰਮੇਸ਼ਰ ਦੇ ਭਾਣੈ ਹੁਕਮ ਵਿੱਚ ਭਗਤੀ ਰੂਪੀ ਸੇਵਾ ਟਹਿਲ ਕਰਦੇ ਹਨ, ਬੂਝੈ ਸੱਚ ਸੋਈ। ਉਹ ਸੱਚ ਸਰੂਪ ਨੂੰ ਸਮਝ ਲੈਂਦੇ ਹਨ, ਉਸ ਪਰਮੇਸ਼ਰ ਨੂੰ ਸਮਝ ਲੈਂਦੇ ਹਨ ਕਿ ਉਹ ਪਰਮੇਸ਼ਰ ਭਗਤੀ ਕਰਨ ਨਾਲ
ਪਰਮੇਸ਼ਰ ਦਾ ਨਾਮ ਜਪਣ ਨਾਲ ਹੀ ਪ੍ਰਾਪਤ ਹੁੰਦਾ ਹੈ। ਹਰ ਕੈ ਭਾਣੈ ਸਾ ਲਾਹੀਐ, ਭਾਣੈ ਮੰਨਿਐ ਸੁਖ ਹੋਈ। ਪਰਮੇਸ਼ਰ ਦੇ ਭਾਣੈ ਹੁਕਮ ਰਜਾ ਵਿੱਚ ਚੱਲ ਕੇ ਉਸ ਦੇ ਗੁਣ ਸਲਾਹੀਐ ਸਲਾਹੁਣਾ ਕਰੀਏ। ਹਰ ਕੈ ਭਾਣੈ ਸਲਾਹੀਐ ਕਿ ਹਰੀ ਪਰਮੇਸ਼ਰ ਦੇ ਹੁਕਮ ਵਿੱਚ ਚੱਲ ਕੇ, ਰਜਾ ਵਿੱਚ ਚੱਲ ਕੇ ਉਸ ਦੇ ਗੁਣਾਂ ਤਾਈਂ ਸਲਾਹੁਣਾ ਕਰੀਏ ਤੇ ਗੁਣਾਂ ਤਾਈਂ ਸਲਾਹੁਣ ਕਰਕੇ ਭਾਣੈ ਮੰਨਿਐ ਸੁਖ ਹੋਈ। ਪਰਮੇਸ਼ਰ ਦੇ ਭਾਣੈ ਹੁਕਮ ਮੰਨਣ ਵਿੱਚ ਹੀ ਸਦੀਵੀ ਸੁਖ, ਸਦੀਵੀ ਆਨੰਦ ਪ੍ਰਾਪਤ ਹੁੰਦਾ ਹੈ। ਹਰ ਕੈ ਭਾਣੈ ਸਾ ਲਾਹੀਐ, ਭਾਣੈ ਮੰਨਿਐ ਸੁਖ ਹੋਈ। ਇਹ ਭਾਈ ਪਰਮੇਸ਼ਰ ਦੇ ਭਾਣੇ ਹੁਕਮ ਵਿੱਚ, ਰਜਾ ਵਿੱਚ ਚੱਲ ਕੇ ਉਸ ਦੇ ਗੁਣਾਂ ਨੂੰ ਸਲਾਹੁਣਾ ਕਰੀਏ। ਪਰਮੇਸ਼ਰ ਦੇ ਹੁਕਮ ਮੰਨਣ ਵਿੱਚ ਹੀ ਸਦੀਵੀ ਸਦਾ ਵਾਲਾ ਸੁੱਖ ਪ੍ਰਾਪਤ ਹੋ ਜਾਂਦਾ ਹੈ, ਆਨੰਦ ਪ੍ਰਾਪਤ ਹੁੰਦਾ ਹੈ। ਹਰ ਕੈ ਭਾਣੈ ਜਨਮ ਪਦਾਰਥ ਪਾਇਆ, ਮਤ ਊਤਮ ਹੋਈ। ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਭਾਣਾ ਹੁੰਦਾ ਹੁਕਮ, ਕਿ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਜਨਮ ਪਦਾਰਥ ਪਾਇਆ, ਮਨੁੱਖਾ ਜਨਮ ਰੂਪੀ ਪਦਾਰਥ ਪ੍ਰਾਪਤ ਕਰੀਦਾ ਹੈ। ਇਹ ਕਈ ਪਦਾਰਥ ਹਨ ਜਿਹੜੇ ਪਰਮੇਸ਼ਰ ਦੇ ਹੁਕਮ ਵਿੱਚ ਮਿਲਦੇ ਹਨ। ਭਾਣੇ ਹਰ ਕੈ ਭਾਣੈ ਜਨਮ ਪਦਾਰਥ ਪਾਇਆ ਕਿ ਪਰਮੇਸ਼ਰ ਦੇ ਭਾਣੈ ਹੁਕਮ ਅਨੁਸਾਰ ਹੀ ਮਨੁੱਖਾ ਜਨਮ ਰੂਪੀ ਪਦਾਰਥ ਪ੍ਰਾਪਤ ਕਰੀਦਾ ਹੈ। ਮਤ ਊਤਮ ਹੋਈ, ਭਾਣੇ ਵਿੱਚ ਹੀ ਮਤ ਬੁੱਧ ਸ੍ਰੇਸ਼ਟ ਭਾਵ ਆਤਮ ਵਿਸ਼ੈਣੀ ਹੁੰਦੀ ਹੈ। ਜੋ 5 ਪ੍ਰਕਾਰ ਦੇ ਪਦਾਰਥ ਹੁੰਦੇ ਹਨ ਜਿਹੜੇ ਪਰਮੇਸ਼ਰ ਤੋਂ ਪ੍ਰਾਪਤ ਹੁੰਦੇ ਹਨ ਗੁਰੂ ਦੇ ਰਾਹੀਂ। ਪਹਿਲਾ ਹੈ ਜਨਮ ਪਦਾਰਥ, ਇਹ ਪਰਮੇਸ਼ਰ ਦੀ ਪ੍ਰਾਪਤੀ ਹੋਣ ਕਰਕੇ ਪ੍ਰਾਪਤ ਹੁੰਦੇ ਹਨ। ਗਿਆਨ ਪਦਾਰਥ, ਨਾਮ ਪਦਾਰਥ, ਮੁਕਤ ਪਦਾਰਥ, ਪ੍ਰੇਮ ਪਦਾਰਥ, ਇਹ 5 ਪ੍ਰਕਾਰ ਦੇ ਪਦਾਰਥ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਮਿਲਦੇ ਹਨ, ਉਹਦੇ ਭਾਣੇ ਵਿੱਚ ਚੱਲ ਕੇ ਮਿਲਦੇ ਹਨ। ਉਹਨਾਂ ਵਿੱਚੋਂ ਜਿਨ੍ਹਾਂ ਨੇ ਮਨੁੱਖਾ ਜਨਮ ਪਦਾਰਥ ਪਰਮੇਸ਼ਰ ਦੀ ਪ੍ਰਾਪਤੀ ਲਈ ਪਾਉਣਾ ਕੀਤਾ ਹੈ ਕਿ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ, ਮਤ ਊਤਮ ਹੋਈ, ਉਹਨਾਂ ਦੀ ਮਤ ਉੱਤਮ ਸ਼੍ਰੇਸ਼ਟ ਹੁੰਦੀ ਹੈ ਕਿ ਇਹਨਾਂ ਪਦਾਰਥਾਂ ਦੇ ਵਿੱਚੋਂ ਜੋ 5 ਪਦਾਰਥ ਹਨ, ਇਹਨਾਂ ਵਿੱਚੋਂ ਜਿਨ੍ਹਾਂ ਨੇ ਮਨੁੱਖਾ ਜਨਮ ਪਦਾਰਥ ਪਰਮੇਸ਼ਰ ਦੀ ਪ੍ਰਾਪਤੀ ਲਈ ਪਾਉਣਾ ਕੀਤਾ ਹੈ ਕਿ ਇਸ ਮਨੁੱਖਾ ਜਨਮ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ, ਮਤ ਊਤਮ ਹੋਈ, ਉਹਨਾਂ ਦੀ ਮਤ, ਉਹਨਾਂ ਦੀ ਬੁੱਧੀ ਸ਼੍ਰੇਸ਼ਟ ਹੁੰਦੀ ਹੈ। ਨਾਨਕ ਨਾਮ ਸਲਾਹੇ ਤੂੰ ਗੁਰਮਤਿ ਗਤ ਹੋਈ। ਸਤਿਗੁਰੂ ਜੀ ਉਚਾਰਨ ਕਰਦੇ ਹਨ ਗੁਰੂ ਅਮਰਦਾਸ ਮਹਾਰਾਜ ਜੀ ਕਿ ਹੇ ਭਾਈ, ਇਸ ਕਰਕੇ ਤੁਸੀਂ ਉਸ ਪਰਮੇਸ਼ਰ ਦੇ ਨਾਮ ਨੂੰ ਸਲਾਹੁਣਾ ਕਰੋ। ਨਾਨਕ ਨਾਮ ਸਲਾਹੇ ਤੂੰ, ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਹੇ ਭਾਈ, ਇਸ ਕਰਕੇ ਤੁਸੀਂ ਉਸ ਪਰਮੇਸ਼ਰ ਦੇ ਨਾਮ ਨੂੰ ਸਲਾਹੁਣਾ ਕਰੋ ਜਿਸ ਨਾਮ ਨਾਲ ਗੁਰਮਤਿ ਗਤ ਹੋਈ, ਕਿ ਗੁਰਮਤਿ ਗੁਰਮੁਖ ਤਾਈ ਨੂੰ ਪ੍ਰਾਪਤ ਹੋ ਕੇ ਤੁਹਾਡੀ ਮੁਕਤੀ ਕਲਿਆਣ ਹੋਵੇਗੀ। ਕਿ ਤੁਸੀਂ ਉਸ ਪਰਮੇਸ਼ਰ ਦੇ ਨਾਮ ਨੂੰ ਸਲਾਹੁਣਾ ਕਰੋ ਜਿਸ ਨਾਮ ਦੁਆਰਾ ਗੁਰਮੁਖ ਤਾਈ ਨੂੰ ਪ੍ਰਾਪਤ ਹੋ ਕੇ ਤੁਹਾਡੀ ਮੁਕਤੀ ਕਲਿਆਣ ਹੋਵੇਗੀ। ਹੁਣ ਅੱਗੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਬਦ ਪ੍ਰਾਰੰਭ ਹੁੰਦੇ ਹਨ ਚੌਥੇ ਪਾਤਸ਼ਾਹ ਦੇ। ਆਸਾ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਜੀ ਇਹ ਪਹਿਲਾ ਸ਼ਬਦ ਉਚਾਰਨ ਕਰਦੇ ਹਨ। ਆਸਾ ਘਰ ਚੌਥਾ ਮਹੱਲਾ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ।
ਇਸ ਸ਼ਬਦ ਤੋਂ ਪਹਿਲਾਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਬਦ ਸਨ। ਕੁੱਲ 42 ਸ਼ਬਦ ਆਏ ਹਨ। ਇਸ ਤੋਂ ਪਹਿਲਾਂ ਇਸ ਰਾਗ ਦੇ ਵਿੱਚ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਦੇ 13 ਸ਼ਬਦ ਆ ਚੁੱਕੇ ਹਨ। ਅੱਗੇ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਪਾਤਸ਼ਾਹ ਜੀ ਦੇ ਸ਼ਬਦ ਹਨ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ, ਜਿਸ ਪ੍ਰਕਾਰ ਆਪ ਜੀ ਨੇ ਸੋ ਦਰਦੀ ਨਿਆਈ ਸੋ ਪੁਰਖ ਸ਼ਬਦ ਉਚਾਰਨ ਕੀਤਾ ਹੈ, ਇਸੇ ਪ੍ਰਕਾਰ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਨ ਰੂਪੀ ਸ਼ਬਦ ਉਚਾਰਨ ਕਰੋ। ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੁਣ ਕੇ ਸਤਿਗੁਰੂ ਜੀ ਸਿੱਖਾਂ ਨੂੰ ਪਰਮਾਤਮਾ ਦੇ ਸਨਮੁਖ ਬੇਨਤੀ ਕਰਨ ਦਾ ਢੰਗ ਦੱਸਦੇ ਹਨ। ਆਸਾ ਰਾਗ ਦੇ ਦੂਸਰੇ ਘਰ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਹੋਏ ਪਹਿਲਾ ਮੰਗਲਾਚਰਨ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਪਰਮੇਸ਼ਰ ਓੰ ਸਰਬ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਸੱਚੇ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਬਾਣੀ ਦੁਆਰਾ ਕਥਨ ਕਰਦੇ ਹਨ, ਤੂੰ ਕਰਤਾ ਸਚਿਆਰ ਮਹਿੰਡਾ ਸਾਈਂ। ਬੇਨਤੀ ਪੂਰਵਕ ਅਰਦਾਸ ਕਰਨ ਵਾਸਤੇ ਮਹਾਰਾਜ ਜੀ ਇਹ ਸ਼ਬਦ ਉਚਾਰਨ ਕਰਦੇ ਹਨ ਕਿ ਇਸ ਤਰ੍ਹਾਂ ਬੇਨਤੀਆਂ ਕਰਿਆ ਕਰੋ। ਬੇਨਤੀ ਕਰਨ ਦਾ ਢੰਗ ਦੱਸਦੇ ਹਨ। ਕਹਿਣ ਲੱਗੇ, ਤੂੰ ਕਰਤਾ ਸਚਿਆਰ ਮਹਿੰਡਾ ਸਾਈਂ। ਹੇ ਕਰਤਾ ਪਰਮੇਸ਼ਰ, ਤੁਸੀਂ ਜਗਤ ਨੂੰ ਰਚਣ ਵਾਲੇ ਸਚਿਆਰ, ਸਚਾਈ ਦੀ ਪ੍ਰਾਪਤੀ ਕਰਾਉਣ ਵਾਲੇ ਹੋ। ਅਤੇ ਮਹਿੰਡਾ ਸਾਈਂ, ਮੇਰਾ ਸਾਈਂ ਮੇਰਾ ਮਾਲਕ ਹੈ। ਐਸੇ ਹੀ ਅਰਦਾਸਾਂ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ ਕਿ ਤੂੰ ਕਰਤਾ ਸਚਿਆਰ, ਹੇ ਕਰਤਾ ਪਰਮੇਸ਼ਰ, ਤੁਸੀਂ ਜਗਤ ਨੂੰ ਰਚਣ ਵਾਲੇ ਸਚਿਆਰ, ਸਚਾਈ ਦੀ ਪ੍ਰਾਪਤੀ ਕਰਾਉਣ ਵਾਲੇ ਹੋ। ਅਤੇ ਮਹਿੰਡਾ ਸਾਈਂ, ਮਹਿੰਡਾ ਮੇਰਾ ਸਾਈਂ ਮਾਲਕ ਹੋ। ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਈ। ਹੇ ਮਹਾਰਾਜ, ਜੋ ਜਿਹੜਾ ਕੁਝ ਤੁਹਾਨੂੰ ਭਾਉਂਦਾ ਹੈ, ਭਾਉਂਦਾ ਹੈ, ਸੋਈ ਥੀਸੀ, ਸੋਈ ਉਹ ਹੀ ਤਿੰਨੇ ਕਾਲਾਂ ਵਿੱਚ ਥੀਸੀ ਹੁੰਦਾ ਹੈ। ਜੋ ਤੋ ਭਾਵੈ ਸੋਈ ਥੀਸੀ, ਕਿ ਹੇ ਮਹਾਰਾਜ, ਜੋ ਜਿਹੜਾ ਕੁਝ ਤੁਹਾਨੂੰ ਭਾਵੈ ਭਾਉਂਦਾ ਹੈ, ਸੋਈ ਥੀਸੀ ਉਹ ਹੀ ਤਿੰਨੇ ਕਾਲਾਂ ਵਿੱਚ ਹੁੰਦਾ ਹੈ। ਜੋ ਤੂੰ ਦੇ ਸੋਈ ਹੋਂ ਪਾਈ, ਜੋ ਜਿਹੜਾ ਕੁਝ ਵੀ ਤੁਸੀਂ ਤਿੰਨੇ ਕਾਲਾਂ ਵਿੱਚ ਸਾਨੂੰ ਦਿੰਦੇ ਹੋ, ਬਖਸ਼ਦੇ ਹੋ, ਸੋਈ ਉਹ ਹੀ ਹੋਂ ਪਾਈ, ਹੋਂ ਅਸੀਂ ਪ੍ਰਾਪਤ ਕਰਦੇ ਹਾਂ। ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋਂ ਪਾਈ। ਹੇ ਮਹਾਰਾਜ, ਜਿਹੜਾ ਕੁਝ ਤੁਹਾਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਹ ਹੀ ਤਿੰਨੇ ਕਾਲਾਂ ਵਿੱਚ ਹੁੰਦਾ ਹੈ। ਜਿਹੜਾ ਕੁਝ ਤੁਸੀਂ ਤਿੰਨੇ ਕਾਲਾਂ ਵਿੱਚ ਸਾਨੂੰ ਦਿੰਦੇ ਹੋ, ਬਖਸ਼ਦੇ ਹੋ, ਉਹ ਹੀ ਅਸੀਂ ਪ੍ਰਾਪਤ ਕਰਦੇ ਹਾਂ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾਉਂਦੇ ਹਨ, ਸਭ ਤੇਰੀ ਤੂੰ ਸਭਨੀ ਧਿਆਇਆ। ਸਭ ਤੇਰੀ ਤੂੰ ਸਭਨੀ ਧਿਆਇਆ। ਹੇ ਮਹਾਰਾਜ, ਇਹ ਸਾਰੀ ਸ੍ਰਿਸ਼ਟੀ ਤੇਰੀ, ਤੁਹਾਡੀ ਹੀ ਪੈਦਾ ਕੀਤੀ ਹੋਈ ਹੈ। ਤੂੰ ਸਭਨੀ ਧਿਆਇਆ ਅਤੇ ਤੁਹਾਨੂੰ ਸਾਰੀ ਦੁਨੀਆ ਨੇ ਧਿਆਉਣਾ ਕੀਤਾ ਹੈ। ਸਭ ਤੇਰੀ ਤੂੰ ਸਭਨੀ ਧਿਆਇਆ। ਹੇ ਮਹਾਰਾਜ, ਇਹ ਸਾਰੀ ਸ੍ਰਿਸ਼ਟੀ ਤੁਹਾਡੀ ਹੀ ਪੈਦਾ ਕੀਤੀ ਹੋਈ ਹੈ ਅਤੇ ਤੂੰ ਸਭਨੀ ਧਿਆਇਆ, ਤੁਹਾਨੂੰ ਸਭਨੀ ਸਾਰੀ ਦੁਨੀਆ ਨੇ ਧਿਆਉਣਾ ਕੀਤਾ ਹੈ। ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਇਹ ਪਰਮੇਸ਼ਰ, ਜਿਨ੍ਹਾਂ ਤਾਈਂ ਤੁਸੀਂ ਦਿਆਲਤਾ ਕਰਦੇ ਹੋ, ਕਿਰਪਾ ਕਰਦੇ ਹੋ, ਤਿੰਨ ਨਾਮ ਧਿਆਇਆ, ਤਿੰਨ ਨਾਮ ਰਤਨ ਪਾਇਆ,
ਤਿਨ ਉਹਨਾਂ ਨੇ ਤੁਹਾਡੇ ਨਾਮ ਰੂਪੀ ਰਤਨ ਮਾਣਕ ਨੂੰ ਗੁਰਾਂ ਪਾਸੋਂ ਪਾਉਣਾ ਕੀਤਾ ਹੈ। ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਕਿ ਹੇ ਪਰਮੇਸ਼ਰ, ਜਿਨ੍ਹਾਂ ਤਾਈਂ ਤੁਸੀਂ ਕਿਰਪਾ ਕਰਦੇ ਹੋ, ਦਿਆਲਤਾ ਕਰਦੇ ਹੋ, ਉਹਨਾਂ ਨੇ ਤੁਹਾਡੇ ਨਾਮ ਰੂਪੀ ਰਤਨ ਮਾਣਕ ਨੂੰ ਗੁਰਾਂ ਪਾਸੋਂ ਪਾਉਣਾ ਕੀਤਾ ਹੈ। ਗੁਰਮੁਖ ਲਾਦਾ ਮਨਮੁਖ ਗਵਾਇਆ। ਜਿਹੜੇ ਗੁਰਮੁਖ ਗੁਰੂ ਵੱਲ ਮੁੱਖ ਰੱਖਣ ਵਾਲੇ ਪੁਰਸ਼ ਹਨ, ਉਹਨਾਂ ਨੇ ਤੇਰੇ ਸਰੂਪ ਨੂੰ ਲਾਦਾ ਲੱਭ ਲਿਆ ਹੈ। ਗੁਰਮੁਖ ਲਾਦਾ, ਜਿਹੜੇ ਗੁਰਮੁਖ ਗੁਰੂ ਵੱਲ ਮੁੱਖ ਰੱਖਣ ਵਾਲੇ ਪੁਰਸ਼ ਹਨ, ਉਹਨਾਂ ਨੇ ਤੇਰੇ ਸਰੂਪ ਨੂੰ ਲਾਦਾ ਲੱਭ ਲਿਆ ਹੈ। ਅਤੇ ਮਨਮੁਖ ਗਵਾਇਆ। ਅਤੇ ਮਨਮੁਖ ਬੇਮੁਖ ਪੁਰਸ਼ਾਂ ਨੇ ਸਰੂਪ ਦੇ ਗਿਆਨ ਨੂੰ ਗਵਾ ਲਿਆ ਹੈ। ਗੁਰਮੁਖਾਂ ਨੇ ਗੁਰਮੁਖ ਤਾਈਂ ਕਰਕੇ ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਸ਼ੁਭ ਗੁਣ ਧਾਰ ਕੇ ਤੈਨੂੰ ਲਾਦਾ ਲੱਭ ਲਿਆ ਹੈ। ਅਤੇ ਮਨਮੁਖ ਗਵਾਇਆ। ਮਨਮੁਖਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਦੀ ਕੁਸੰਗਤ ਕਰਕੇ ਆਪਣੇ ਆਪ ਨੂੰ ਤੇਰੇ ਸਰੂਪ ਵੱਲੋਂ ਗਵਾ ਲਿਆ ਹੈ। ਗੁਰਮੁਖ ਲਾਦਾ ਮਨਮੁਖ ਗਵਾਇਆ। ਕਿ ਗੁਰਮੁਖਾਂ ਨੇ ਗੁਰਮੁਖਤਾਈ ਕਰਕੇ ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਸ਼ੁਭ ਗੁਣਾ ਧਾਰ ਕੇ ਤੈਨੂੰ ਲਾਦਾ ਲੱਭ ਲਿਆ ਹੈ। ਅਤੇ ਮਨਮੁਖ ਗਵਾਇਆ। ਮਨਮੁਖਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਦੀ ਕੁਸੰਗਤ ਕਰਕੇ ਆਪਣੇ ਆਪ ਨੂੰ ਤੇਰੇ ਸਰੂਪ ਵੱਲੋਂ ਗਵਾ ਲਿਆ ਹੈ। ਤੇਰੇ ਤੋਂ ਦੂਰ ਹੋ ਗਏ ਹਨ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਹੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਤੁਸੀਂ ਆਪ ਹੀ ਮਨਮੁਖਾਂ ਨੂੰ ਆਪਣੇ ਨਾਲੋਂ ਵਿਛੋੜਿਆ, ਵਿਛੋੜ ਦਿੱਤਾ ਹੈ। ਤੁਧ ਆਪ ਵਿਛੋੜਿਆ। ਕਿ ਹੇ ਮਹਾਰਾਜ, ਤੁਸੀਂ ਆਪ ਹੀ ਮਨਮੁਖਾਂ ਨੂੰ ਆਪਣੇ ਨਾਲੋਂ ਵਿਛੋੜਿਆ, ਵਿਛੋੜ ਦਿੱਤਾ ਹੈ। ਤੇ ਆਪ ਮਿਲਾਇਆ। ਆਪ ਹੀ ਗੁਰਮੁਖਾਂ ਨੂੰ ਆਪਣੇ ਨਾਲ ਮਿਲਾਉਣਾ ਕੀਤਾ ਹੈ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਕਿ ਹੇ ਪ੍ਰਭੂ, ਤੁਸੀਂ ਆਪ ਹੀ ਗੁਰਮੁਖਾਂ ਨੂੰ ਵਿਸ਼ੇ ਵਿਕਾਰ ਕੁਸੰਗਤ ਨਿੰਦਿਆ ਚੁਗਲੀ ਈਰਖਾ ਆਦਿਕ ਵੱਲੋਂ ਵਿਛੋੜਿਆ ਹੈ। ਤੇ ਆਪ ਹੀ ਕਿਰਪਾ ਕਰਕੇ ਉਹਨਾਂ ਨੂੰ ਸਤ ਸੰਗਤ ਸੇਵਾ ਸਿਮਰਨ ਦੈਵੀ ਗੁਣਾ ਨਾਲ ਮੇਲਣਾ ਕੀਤਾ ਹੈ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਮਹਾਰਾਜ, ਤੁਸੀਂ ਦਰਿਆਓ, ਦਰਿਆ ਦੀ ਨਿਆਈ, ਸਮੁੰਦਰ ਦੀ ਨਿਆਈ ਹੋ। ਸਭ ਤੁਝ ਹੀ ਮਾਹੇ। ਕਿ ਸਭ ਸਾਰੇ ਜੀਵ ਜੰਤ ਤੁਹਾਡੇ ਹੀ ਮਾਹੇ ਵਿੱਚ ਹਨ। ਤੂੰ ਦਰਿਆਓ ਸਭ ਤੁਝ ਹੀ ਮਾਹੇ। ਕਿ ਹੇ ਮਹਾਰਾਜ, ਤੁਸੀਂ ਦਰਿਆਓ ਸਮੁੰਦਰ ਦੀ ਨਿਆਈ ਹੋ ਤੇ ਸਾਰੇ ਜੀਵ ਜੰਤ ਤੁਹਾਡੇ ਹੀ ਵਿੱਚ ਹਨ। ਅਰਥਾਤ ਬ੍ਰਹਮਾ, ਵਿਸ਼ਨੂੰ, ਮਹੇਸ਼, ਲਹਿਰਾਂ ਦੀ ਨਿਆਈ ਜੀਵ, ਬੁੱਧ ਬੁੱਧਿਆਂ ਤੇ ਸਰੀਰ ਝੱਗ ਦੀ ਨਿਆਈ ਹਨ। ਤੁਝ ਬਿਨ ਦੂਜਾ ਕੋਈ ਨਾਹੇ। ਤੁਝ ਤੁਹਾਡੇ ਤੋਂ ਬਗੈਰ ਆਵਰ ਅਸਥਾਨ ਵਿੱਚ ਹੋਰ ਕੋਈ ਦੂਸਰਾ ਨਹੀਂ ਹੈ। ਜੈਸਾ ਕਿ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। हे ਕਰਤਾਰ ਅਕਾਲ ਪੁਰਖ ਵਾਹਿਗੁਰੂ, ਜੋ ਕੁਝ ਵੀ ਕਰਦਾ ਹੈ ਉਹੀ ਹੁੰਦਾ ਹੈ। ਤੈਥੋਂ ਬਿਨਾ ਦੂਜਾ ਕੋਈ ਹੋਰ ਕਰਨ ਦੇ ਲਾਇਕ ਨਹੀਂ ਹੈ। ਜੀ ਜੰਤ ਸਭ ਤੇਰਾ ਖੇਲ। हे ਮਹਾਰਾਜ, ਜਿਤਨੇ ਵੀ ਜੀਵ, ਸਥੂਲ ਜੀਵ ਹੱਡੀਆਂ ਵਾਲੇ ਤੇ ਜੰਤ ਸੂਖਮ ਜੀਵ ਕੇਵਲ ਮਾਸ ਵਾਲੇ, ਬ੍ਰਹਮਾ ਤੋਂ ਲੈ ਕੇ ਮੱਛਰ ਤੱਕ ਜਿੰਨੇ ਵੀ ਛੋਟੇ ਵੱਡੇ ਜੀਵ ਜੰਤ ਹਨ, ਜੋ ਵੀ ਜੀਵਾ ਰੂਪੀ ਜੰਤ ਬਾਜੇ ਹਨ, ਇਹ ਸਾਰਾ ਤੇਰਾ ਤੁਹਾਡਾ ਹੀ ਖੇਲ ਕੌਤਕ ਹੈ। हे ਮਹਾਰਾਜ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜੋ ਵਿਜੋਗ ਵਿਜੋਗੀਆਂ ਨਾਲ ਮਿਲਦੇ ਹਨ, ਉਹ ਤੁਹਾਡੇ ਮਿਲਣ ਨਾਲੋਂ
ਵਿਛੜ ਜਾਂਦੇ ਹਨ, ਤੇ ਜੋ ਸੰਜੋਗੀ ਸੰਜੋਗ ਵਾਲਿਆਂ ਨਾਲ ਮਿਲਦੇ ਹਨ ਉਹਨਾਂ ਦਾ ਤੁਹਾਡੇ ਨਾਲ ਸੰਜੋਗ ਮਿਲਾਪ ਹੁੰਦਾ ਹੈ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਕਿ ਵਿਜੋਗ ਵਿਛੋੜਾ ਪਾਉਣ ਵਾਲੇ ਕਾਮ ਕ੍ਰੋਧ ਆਦਿਕ ਨਾਲ ਜੋ ਮਿਲਦਾ ਹੈ ਉਹ ਪਰਮੇਸ਼ਰ ਨਾਲੋਂ ਵਿਛੜ ਜਾਂਦਾ ਹੈ। ਵਿਜੋਗ ਮਿਲ ਵਿਛੜਿਆ, ਜੋ ਵਿਜੋਗ ਵਿਛੋੜਾ ਪਾਉਣ ਵਾਲੇ ਕਾਮ ਕ੍ਰੋਧ ਆਦਿਕ ਨਾਲ ਮਿਲਦਾ ਹੈ ਉਹ ਪਰਮੇਸ਼ਰ ਨਾਲੋਂ ਵਿਛੜ ਜਾਂਦਾ ਹੈ। ਤੇ ਜੋ ਸੰਜੋਗੀ ਮੇਲ, ਜੋ ਸੰਜੋਗੀ ਮਿਲਾਪ ਕਰਾਉਣ ਵਾਲੇ ਸੰਤ ਸੰਤੋਖ ਆਏ ਸੋਭ ਗੁਣਾਂ ਨਾਲ ਮਿਲਦਾ ਹੈ ਉਹਨਾਂ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ। ਜਿਹੜੇ ਵਿਜੋਗੀ ਮਨਮੁਖਾਂ ਨਾਲ ਮਿਲਿਆ ਹੈ ਉਹ ਪ੍ਰਭੂ ਨਾਲੋਂ ਵਿਛੜ ਜਾਂਦਾ ਹੈ। ਅਤੇ ਜੋ ਸਤ ਸੰਗਤ ਨਾਮ ਦਾ ਸੰਜੋਗੀ ਹੋਇਆ ਹੈ ਉਹ ਪਰਮੇਸ਼ਰ ਨਾਲ ਮਿਲ ਜਾਂਦਾ ਹੈ। ਜਿਸਨੋਂ ਤੂੰ ਜੜਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਹੇ ਪਰਮੇਸ਼ਰ, ਜਿਸ ਨੂੰ ਜਿਨ੍ਹਾਂ ਨੂੰ ਤੁਸੀਂ ਆਪਣੇ ਸਰੂਪ ਬਾਰੇ ਜਣਾਏ ਹੈ ਜਣਾਉਂਦੇ ਹੋ, ਸੋਈ ਜਨ ਜਾਣੈ, ਸੋਈ ਉਹੋ ਹੀ ਜਨ ਉਹੋ ਹੀ ਪੁਰਖ ਤੁਹਾਡੇ ਸਰੂਪ ਤਾਈਂ ਜਾਣਦੇ ਹਨ। ਹਰ ਗੁਣ ਸਦ ਹੀ ਆਖ ਬਖਾਣੈ। ਹੇ ਹਰੀ ਪਰਮੇਸ਼ਰ, ਉਹੋ ਹੀ ਤੇਰੀਆਂ ਸਿਫਤਾਂ ਤਾਈਂ ਹਮੇਸ਼ਾ ਹੀ ਮੁਖੋਂ ਕਹਿ ਕੇ ਕਥਨ ਕਰਦੇ ਹਨ। ਜਿਸਨੂੰ ਤੂੰ ਜਣਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਬਖਾਣੈ। ਹੇ ਮਹਾਰਾਜ, ਜਿਨ੍ਹਾਂ ਨੂੰ ਤੁਸੀਂ ਆਪਣੇ ਸਰੂਪ ਬਾਰੇ ਜਣਾਏ ਹੈ ਜਣਾਉਂਦੇ ਹੋ ਉਹੋ ਹੀ ਪੁਰਸ਼ ਤੁਹਾਡੇ ਸਰੂਪ ਤਾਈਂ ਜਾਣਦੇ ਹਨ। ਹਰ ਗੁਣ ਸਦ ਹੀ ਆਖ ਬਖਾਣੈ। ਹੇ ਹਰ ਹਰੀ ਪਰਮੇਸ਼ਰ, ਉਹੋ ਹੀ ਤੇਰੀਆਂ ਸਿਫਤਾਂ ਤਾਈਂ ਹਮੇਸ਼ਾ ਹੀ ਮੁਖੋਂ ਆਖ ਬਖਾਣੈ ਕਹਿ ਕੇ ਕਥਨ ਕਰਦੇ ਹਨ। ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਹੇ ਪਰਮੇਸ਼ਰ, ਜਿਨ੍ਹਾਂ ਨੇ ਤੇਰੇ ਤਾਈਂ ਸੇਵਨਾ ਭਾਵ ਨਾਮ ਜਪਣਾ ਕੀਤਾ ਹੈ ਤਿਨ ਸੁਖ ਪਾਇਆ। ਤਿਨ ਉਹਨਾਂ ਨੇ ਤੇਰੇ ਆਨੰਦ ਤੇਰੇ ਸੁਖ ਸਰੂਪ ਨੂੰ ਪਾ ਲਿਆ ਹੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਹੇ ਪਰਮੇਸ਼ਰ, ਜਿਨ੍ਹਾਂ ਨੇ ਤੇਰੇ ਤਾਈਂ ਸਿਮਰਨਾ ਕੀਤਾ ਹੈ ਨਾਮ ਜਪਣਾ ਕੀਤਾ ਹੈ ਉਹਨਾਂ ਨੇ ਤੇਰੇ ਸੁਖ ਆਨੰਦ ਸਰੂਪ ਨੂੰ ਪਾ ਲਿਆ ਹੈ। ਸਹਿਜੇ ਹੀ ਹਰ ਨਾਮ ਸਮਾਇਆ। ਸਹਿਜੇ ਸੁਤੇ ਸਿੱਧ ਸੁਭਾਵਕ ਹੀ ਉਹਨਾਂ ਦਾ ਚਿੱਤ ਪਰਮੇਸ਼ਰ ਦੇ ਨਾਮ ਵਿੱਚ ਸਮਾ ਗਿਆ ਹੈ। ਕਿ ਜਿਨ੍ਹਾਂ ਨੇ ਤੇਰੇ ਨਾਮ ਤਾਈਂ ਜਾਪਣਾ ਕੀਤਾ ਹੈ ਤੇਰਾ ਸਿਮਰਨ ਕੀਤਾ ਹੈ ਉਹਨਾਂ ਨੂੰ ਸੁਖ ਸਰੂਪ ਪ੍ਰਾਪਤ ਹੋ ਗਿਆ ਹੈ। ਤੇ ਸੁਤੇ ਸਿੱਧ ਸੁਭਾਵਕ ਹੀ ਉਹਨਾਂ ਦਾ ਚਿੱਤ ਪਰਮੇਸ਼ਰ ਦੇ ਨਾਮ ਵਿੱਚ ਸਮਾ ਗਿਆ ਹੈ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਹੇ ਵਾਹਿਗੁਰੂ, ਤੁਸੀਂ ਆਪ ਹੀ ਜਗਤ ਨੂੰ ਪੈਦਾ ਕਰਤਾ ਕਰਨ ਵਾਲੇ ਹੋ। ਤੇਰਾ ਕੀਆ ਸਭ ਹੋਏ। ਕਿ ਹੇ ਪਰਮੇਸ਼ਰ, ਤੁਹਾਡਾ ਕੀਤਾ ਹੋਇਆ ਸਭ ਕੁਝ ਹੋ ਰਿਹਾ ਹੈ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਹੇ ਵਾਹਿਗੁਰੂ, ਤੁਸੀਂ ਆਪੇ ਆਪ ਹੀ ਜਗਤ ਨੂੰ ਪੈਦਾ ਕਰਤਾ ਕਰਨ ਵਾਲੇ ਹੋ ਅਤੇ ਤੁਹਾਡਾ ਹੀ ਕੀਤਾ ਹੋਇਆ ਸਾਰਾ ਕੁਝ ਹੋ ਰਿਹਾ ਹੈ। ਤੁਧ ਬਿਨ ਦੂਜਾ ਅਵਰ ਨਾ ਕੋਇ। ਮਹਾਰਾਜ ਜੀ ਕਹਿਣ ਲੱਗੇ, ਸਾਡੀ ਦ੍ਰਿਸ਼ਟੀ ਵਿੱਚ ਤੁਹਾਡੇ ਤੋਂ ਬਗੈਰ ਦੂਸਰਾ ਅਵਰ ਹੋਰ ਕੋਈ ਵੀ ਸੰਸਾਰ ਦੀ ਰਚਨਾ ਕਰਨ ਵਾਲਾ ਨਹੀਂ ਹੈ। ਕਿ ਤੁਸੀਂ ਆਪ ਹੀ ਜਗਤ ਨੂੰ ਪੈਦਾ ਕਰਨ ਵਾਲੇ ਹੋ ਤੇ ਤੁਹਾਡਾ ਹੀ ਕੀਤਾ ਹੋਇਆ ਸਭ ਕੁਝ ਹੋ ਰਿਹਾ ਹੈ। ਮਹਾਰਾਜ ਜੀ ਕਹਿਣ ਲੱਗੇ, ਸਾਡੀ ਦ੍ਰਿਸ਼ਟੀ ਵਿੱਚ ਤੁਹਾਡੇ ਤੋਂ ਬਗੈਰ ਦੂਸਰਾ ਹੋਰ ਕੋਈ ਵੀ ਸੰਸਾਰ ਦੀ ਰਚਨਾ ਕਰਨ ਵਾਲਾ ਨਹੀਂ ਹੈ।
ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ। हे ਮਹਾਰਾਜ, ਤੁਸੀਂ ਆਪ ਹੀ ਸਾਰੇ ਸੰਸਾਰ ਦੀ ਉਤਪਤੀ ਕਰਕੇ ਅਤੇ ਪਾਲਣਾ ਕਰਕੇ ਵੇਖਦੇ ਹੋ ਅਤੇ ਸਾਰੀਆਂ ਚੰਗੀਆਂ ਮੰਦੀਆਂ ਸੋਏ ਕਣਸੋਆਂ ਨੂੰ ਜਾਣਦੇ ਹੋ। ਤੂੰ ਕਰ ਕਰ ਵੇਖੈ ਜਾਣ ਹੈ ਸੋਏ। हे ਮਹਾਰਾਜ, ਤੁਸੀਂ ਆਪ ਹੀ ਸਾਰੇ ਸੰਸਾਰ ਦੀ ਉਤਪਤੀ ਕਰਕੇ ਅਤੇ ਪਾਲਣਾ ਕਰਕੇ ਸੰਸਾਰ ਨੂੰ ਦੇਖਦੇ ਹੋ ਅਤੇ ਜਾਣ ਹੈ ਸੋਏ ਅਤੇ ਸਾਰੀਆਂ ਚੰਗੀਆਂ ਮੰਦੀਆਂ ਸੋਏ ਕਣਸੋਆਂ ਨੂੰ ਜਾਣਦੇ ਹੋ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਸਤਿਗੁਰੂ ਜੀ ਉਚਾਰਨ ਕਰਦੇ ਹਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਕਿ हे ਸਿੱਖ ਜਨੋ, हे ਸਿੱਖ ਪੁਰਸ਼ੋ, ਉਹ ਪਰਮੇਸ਼ਰ ਗੁਰਮੁਖ ਜਨਾਂ ਨੂੰ ਹਿਰਦੇ ਵਿੱਚ ਹੀ ਪ੍ਰਤੱਖ ਹੁੰਦਾ ਹੈ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ हे ਸਿੱਖ ਜਨ ਪੁਰਸ਼ੋ, ਉਹ ਪਰਮੇਸ਼ਰ ਗੁਰਮੁਖ ਜਨਾਂ ਨੂੰ ਹਿਰਦੇ ਵਿੱਚੋਂ ਹੀ ਪ੍ਰਗਟ ਹੁੰਦਾ ਹੈ। ਜਿਹੜਾ ਪਰਮੇਸ਼ਰ ਮੁਖੀ ਗੁਰਾਂ ਦੁਆਰਾ ਹੀ ਸੇਵਕਾਂ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ, ਸਖਿਆਤ ਹੁੰਦਾ ਹੈ, ਉਹ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਹੀ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੁਆਰਾ ਸਮਝਾਉਣਾ ਕੀਤਾ ਹੈ। ਅਗਲੇ ਸ਼ਬਦ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਆਸਾ, ਘਰ ਦੂਜਾ, ਮਹੱਲਾ ਚੌਥਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਜਿਸ ਸਮੇਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਸਨ, ਸੇਵਾ ਕਰਿਆ ਕਰਦੇ ਸਨ, ਉਸ ਵੇਲੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਦਾ ਆਨੰਦ ਕਾਰਜ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਨਾਲ ਕਰ ਦਿੱਤਾ। ਭਾਈ ਜੇਠਾ ਜੀ ਫੇਰ ਵੀ ਸੇਵਾ ਵਿੱਚ ਲੱਗੇ ਰਹੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੀ ਲੜਕੀ ਦੇ ਨਾਲ ਵਿਆਹੇ ਵੀ ਗਏ ਕਿ ਫੇਰ ਵੀ ਸੇਵਾ ਵਿੱਚ ਹੀ ਲੱਗੇ ਰਹੇ। ਇੱਕ ਦਿਨ ਸੋਢੀ ਵੰਸ਼ ਵਿੱਚੋਂ ਚਾਚੇ ਤਾਏ ਮਿਲਣ ਲਈ ਆਏ। ਚਾਚੇ ਤਾਏ ਮਿਲਣ ਲਈ ਆਏ। ਉਸ ਵੇਲੇ ਬੌਲੀ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ। ਭਾਈ ਜੇਠਾ ਜੀ ਸਿਰ ਤੇ ਮਿੱਟੀ ਦੀ ਟੋਕਰੀ ਢੋ ਰਹੇ ਸਨ ਸੇਵਾ ਦੇ ਵਿੱਚ, ਤੇ ਭਾਈ ਜੇਠਾ ਜੀ ਦੇ ਸਾਰੇ ਸੰਬੰਧੀ ਵੇਖ ਕੇ ਬਹੁਤ ਹੈਰਾਨ ਹੋਏ ਤੇ ਭਾਈ ਜੇਠਾ ਜੀ ਨੂੰ ਮਖੌਲ ਨਾਲ ਕਿਹਾ ਕਿ ਵੇਖ ਲਓ ਸਹੁਰੇ ਘਰ ਵਿੱਚ ਆ ਕੇ ਕਿਵੇਂ ਸਿਰ ਵਿੱਚ ਮਿੱਟੀ ਪਵਾਈ ਫਿਰਦਾ ਹੈ। ਭਾਈ ਜੇਠਾ ਜੀ ਨੇ ਉਹਨਾਂ ਦਾ ਸਤਿਕਾਰ ਕੀਤਾ। ਜਿਹੜੇ ਭਾਈ ਜੇਠਾ ਜੀ ਦੇ ਤਾਏ ਚਾਚੇ ਉਸ ਦੀ ਵੰਸ਼ ਦੇ ਵਿੱਚੋਂ ਆਏ ਸਨ, ਸਤਿਕਾਰ ਕੀਤਾ ਭਾਈ ਜੇਠਾ ਜੀ ਨੇ, ਤੇ ਫਿਰ ਉਸੇ ਤਰ੍ਹਾਂ ਸੇਵਾ ਵਿੱਚ ਮਸਤ ਹੋ ਕੇ ਸੇਵਾ ਵਿੱਚ ਲੱਗ ਗਏ। ਸੰਬੰਧੀਆਂ ਨੇ ਸ੍ਰੀ ਗੁਰੂ ਅਮਰਦਾਸ ਜੀ ਪਾਸ ਜਾ ਕੇ ਕਿਹਾ ਕਿ ਮਹਾਰਾਜ ਜੀ, ਤੁਹਾਨੂੰ ਤਾਂ ਸਾਡੀ ਸੋਢੀਆਂ ਦੇ ਕੁਲ ਦੀ ਲਾਜ ਰੱਖਣੀ ਚਾਹੀਦੀ ਸੀ। ਭਾਈ ਜੇਠਾ ਜੀ ਤੁਹਾਡੇ ਜਵਾਈ ਹੋਣ ਕਰਕੇ ਸਿਰ ਤੇ ਮਿੱਟੀ ਢੋਂਦੇ ਪਏ ਹਨ। ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਵੱਲ ਵੇਖਿਆ ਤੇ ਬਹੁਤ ਪ੍ਰਸੰਨ ਹੋਏ ਅਤੇ ਵਚਨ ਕੀਤਾ ਕਿ ਇਹਨਾਂ ਦੇ ਸਿਰ ਉੱਪਰ ਮਿੱਟੀ ਦੀ ਟੋਕਰੀ ਨਹੀਂ, ਦੀਨ ਦੁਨੀ ਦਾ ਛਾਤਰ ਝੁੱਲੇਗਾ। ਸੋਢੀ ਵੰਸ਼ ਦੇ ਜਿਹੜੇ ਜੇਠਾ ਜੀ ਦੇ ਚਾਚੇ ਤਾਏ ਸੰਬੰਧੀ ਆਏ ਸਨ, ਉਹਨਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਕਿ ਇਹਨਾਂ ਦੇ ਸਿਰ ਉੱਪਰ ਮਿੱਟੀ ਦੀ ਟੋਕਰੀ ਨਹੀਂ, ਦੀਨ ਦੁਨੀ ਦਾ ਛੱਤਰ ਝੁੱਲੇਗਾ। ਫਿਰ ਸਤਿਗੁਰਾਂ ਨੇ ਭਾਈ ਜੇਠਾ
ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਅਤੇ ਸਤਿਗੁਰੂ ਰਾਮਦਾਸ ਜੀ ਗੁਰਤਾ ਗੱਦੀ ਉੱਪਰ ਸੁਭਾਏਮਾਨ ਹੋਏ। ਜਦੋਂ ਸਤਿਗੁਰੂ ਜੀ ਲਾਹੌਰ ਵਿਖੇ ਗਏ, ਉੱਥੇ ਸੰਬੰਧੀਆਂ ਨੇ ਆਪਣੇ ਪੱਖ ਦੀਆਂ ਗੱਲਾਂ ਕੀਤੀਆਂ। ਭਾਈ ਜੇਠਾ ਜੀ ਦਾ ਨਾਮ ਰਾਮਦਾਸ ਰੱਖ ਦਿੱਤਾ। ਜਦੋਂ ਉੱਥੇ ਗਏ ਸੰਬੰਧੀਆਂ ਵਿੱਚ ਲਾਹੌਰ, ਉੱਥੇ ਸੰਬੰਧੀਆਂ ਨੇ ਆਪਣੇ ਪੱਖ ਦੀਆਂ ਗੱਲਾਂ ਕੀਤੀਆਂ ਤਾਂ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਨਾਂ ਦੇ ਪ੍ਰਥਾਏ ਇਹ ਸ਼ਬਦ ਉਚਾਰਨ ਕੀਤਾ ਹੈ। ਚੌਥੇ ਪਾਤਸ਼ਾਹ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਅਕਾਲ ਪੁਰਖ ਪਰਮੇਸ਼ਰ ਇੱਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਰਾਗ ਆਸਾ ਦੇ ਦੂਸਰੇ ਸੁਰਤਾਲ ਦੂਸਰੇ ਘਰ ਵਿੱਚ ਚੌਥੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ, ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ। ਗੁਰੂ ਰਾਮਦਾਸ ਮਹਾਰਾਜ ਜੀ ਆਪਦੇ ਸੰਬੰਧੀਆਂ ਨੂੰ ਕਹਿਣ ਲੱਗੇ, ਹੈ ਭਾਈ, ਕਿਸੇ ਨੇ ਮਿੱਤਰ ਦੋਸਤਾਂ ਪੁੱਤਰਾਂ ਅਤੇ ਭਰਾਵਾਂ ਦੇ ਨਾਲ ਸਾਥ ਭਾਵ ਪੱਖ ਬੰਨਣਾ ਕੀਤਾ ਹੈ, ਧੜਾ ਬਣਾਉਣਾ ਕੀਤਾ ਹੈ। ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਕਿਸੇ ਨੇ ਸਕੇ ਆਪਣੇ ਕੁੜਮ ਜਿਨ੍ਹਾਂ ਨੂੰ ਲੜਕੀ ਦਿੱਤੀ ਜਾਵੇ ਜਾਂ ਲਈ ਜਾਵੇ, ਲੜਕੀ ਅਤੇ ਲੜਕੇ ਦਾ ਪਿਤਾ ਆਪਸ ਵਿੱਚ ਕੁੜਮ ਹੁੰਦੇ ਹਨ, ਅਤੇ ਸਕੇ ਜਵਾਈ ਦਾਮਾਦ ਨਾਲ ਸਾਥ ਬੰਨਣਾ ਕੀਤਾ ਹੈ, ਪੱਖ ਬੰਨਣਾ ਕੀਤਾ ਹੈ, ਧੜਾ ਬਣਾਉਣਾ ਕੀਤਾ ਹੈ। ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ। ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਕਿਸੇ ਨੇ ਤਾਂ ਦੋਸਤਾਂ ਨਾਲ ਪੱਖ ਬੰਨਣਾ ਕੀਤਾ ਹੈ, ਧੜਾ ਬਣਾਉਣਾ ਕੀਤਾ ਹੈ। ਕਿਸੇ ਨੇ ਪੁੱਤਰਾਂ ਨਾਲ ਧੜਾ ਬਣਾਉਣਾ ਕੀਤਾ ਹੈ। ਕਿਸੇ ਨੇ ਭਾਈ ਭਰਾਵਾਂ ਨਾਲ ਧੜਾ ਪੱਖ ਬੰਨਣਾ ਕੀਤਾ ਹੈ। ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਕਿਸੇ ਨੇ ਆਪਣੇ ਕੁੜਮ ਜਿਨ੍ਹਾਂ ਨੂੰ ਲੜਕੀ ਦਿੱਤੀ ਜਾਵੇ ਜਾਂ ਲਈ ਜਾਵੇ, ਲੜਕੀ ਅਤੇ ਲੜਕੇ ਦਾ ਪਿਤਾ ਆਪਸ ਵਿੱਚ ਕੁੜਮ ਹੁੰਦੇ ਹਨ, ਅਤੇ ਸਕੇ ਜਵਾਈ ਦਾਮਾਦ ਨਾਲ ਧੜਾ ਬੰਨਣਾ ਕੀਤਾ ਹੈ, ਪੱਖ ਬੰਨਣਾ ਕੀਤਾ ਹੈ। ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ। ਕਿਸੇ ਨੇ ਸਿਕਦਾਰ ਸਰਦਾਰ ਚੌਧਰੀ ਚਾਰ ਆਦਮੀਆਂ ਵਿੱਚ ਮੁਖੀਆ ਅਤੇ ਆਪਣੇ ਨਿੱਜ ਪ੍ਰਯੋਜਨ ਬੰਨਣ ਵਾਸਤੇ ਪੱਖ ਧੜਾ ਬੰਨਣਾ ਕੀਤਾ ਹੈ। ਜੈਸੇ ਸਰਕਾਰਾਂ ਦੇ ਨਾਲ ਲੱਗ ਕੇ ਆਪਣਾ ਪੱਖ ਬਣਾਉਂਦੀ ਹੈ ਦੁਨੀਆ, ਕਿਸੇ ਨੇ ਇਸ ਤਰ੍ਹਾਂ ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ, ਕਿ ਕਿਸੇ ਨੇ ਸਿਕਦਾਰ ਸਰਦਾਰ ਚੌਧਰੀ ਚਾਰ ਆਦਮੀਆਂ ਵਿੱਚ ਮੁਖੀਆ ਅਤੇ ਆਪਣੇ ਨਿੱਜ ਪ੍ਰਯੋਜਨ ਆਪਣੇ ਕੰਮ ਕਰਾਉਣ ਵਾਸਤੇ ਪੱਖ ਵਧਾਉਣਾ ਕੀਤਾ ਹੈ, ਧੜਾ ਬਣਾਉਣਾ ਕੀਤਾ ਹੈ। ਮਹਾਰਾਜ ਜੀ ਕਹਿਣ ਲੱਗੇ, ਹਮਾਰਾ ਧੜਾ ਹਰ ਰਹਿਆ ਸਮਾਈ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਸਾਡਾ ਧੜਾ ਸਾਡਾ ਪੱਖ ਤਾਂ ਉਸ ਪਰਮੇਸ਼ਰ ਨਾਲ ਹੈ। ਹਰ ਰਹਿਆ ਸਮਾਈ, ਜੋ ਹਰੀ ਪਰਮੇਸ਼ਰ ਸਾਰੀਆਂ ਥਾਵਾਂ ਵਿੱਚ ਸਮਾ ਰਿਹਾ ਹੈ, ਵਿਆਪਕ ਹੋ ਰਿਹਾ ਹੈ। ਸਾਡਾ ਤਾਂ ਉਸ ਪਰਮੇਸ਼ਰ ਦੇ ਨਾਲ ਧੜਾ ਵੱਜਿਆ ਹੈ, ਸਾਡਾ ਤਾਂ ਉਸ ਨਾਲ ਪੱਖ ਵਧਿਆ ਹੈ। ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਅਸੀਂ ਤਾਂ ਪਰਮੇਸ਼ਰ ਦੇ ਨਾਲ ਹੀ ਧੜਾ ਪੱਖ ਕੀਤਾ ਹੈ। ਸਾਡੀ ਤਾਂ ਪਰਮੇਸ਼ਰ ਦੀ ਹੀ ਲੋਕ ਪਰਲੋਕ ਵਿੱਚ ਟੇਕ ਓਟ ਹੈ। ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਮੈਂ ਮੇਰਾ ਪਰਮੇਸ਼ਰ ਤੋਂ ਬਗੈਰ ਇਸ ਲੋਕ ਵਿੱਚ ਪੱਖ ਪੱਖੀ ਅਤੇ ਪਰਲੋਕ ਵਿੱਚ ਧੜਾ ਸਹਾਇਤਾ ਕਰਨ ਵਾਲਾ ਕੋਈ ਅਵਰ ਹੋਰ ਨਹੀਂ ਹੈ।
ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ। ਮਹਾਰਾਜ ਜੀ ਕਹਿਣ ਲੱਗੇ ਅਸੀਂ ਤਾਂ ਪ੍ਰਭੂ ਦਾ ਪੱਖ ਕਰਨ ਵਾਲੇ ਹਾਂ ਤੇ ਸਾਡਾ ਧੜਾ ਪੱਖੀ ਹਰੀ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ। ਹਉ ਹਰ ਗੁਣ ਗਾਵਾਂ ਅਸੰਖ ਅਨੇਕ। ਮਹਾਰਾਜ ਜੀ ਕਹਿਣ ਲੱਗੇ ਹਉ ਮੈਂ ਪਰਮੇਸ਼ਰ ਦੇ ਗੁਣਾਂ ਨੂੰ ਅਸੰਖ ਬੇਅੰਤ ਮੁੱਖ ਕਰਕੇ, ਅਨੇਕ ਅਨੰਤ ਸਰੀਰਾਂ ਕਰਕੇ, ਭਾਵ ਰੋਮ ਰੋਮ ਕਰਕੇ ਗਾਉਂਦਾ ਹਾਂ। ਮੈਂ ਉਸ ਅਸੰਖ ਬੇਅੰਤ ਪ੍ਰਭੂ ਦੇ ਅਣਗਿਣਤ ਗੁਣਾਂ ਨੂੰ ਗਾਉਂਦਾ ਹਾਂ। ਰਹਾਉ ਵਿਸਰਾਮ ਦੇ ਕੇ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਜਿਨ ਸਿਉ ਧੜੇ ਕਰਹਿ ਸੇ ਜਾਹੇ, ਝੂਠ ਧੜੇ ਕਰ ਪਛਤਾਹੇ। ਮਹਾਰਾਜ ਜੀ ਕਹਿਣ ਲੱਗੇ ਜਿਨ ਸਿਉ ਧੜੇ ਕਰਹਿ ਸੇ ਜਾਹੇ। ਹੇ ਭਾਈ, ਸੰਸਾਰ ਵਿੱਚ ਜਿਨ੍ਹਾਂ ਦੇ ਨਾਲ ਧੜੇ ਪੱਖ ਕਰਦੇ ਹੋ ਸੇ ਜਾਹੇ, ਉਹ ਅੰਤ ਨੂੰ ਨਾਸ ਹੋ ਜਾਂਦੇ ਹਨ। ਦੁਨਿਆਵੀ ਧੜੇ ਦੁਨਿਆਵੀ ਪੱਖ ਹਨ ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਜਿਨ ਸਿਉ ਧੜੇ ਕਰਹਿ ਸੇ ਜਾਹੇ। ਇਹ ਭਾਈ, ਸੰਸਾਰ ਵਿੱਚ ਜਿਨ੍ਹਾਂ ਦੇ ਨਾਲ ਧੜੇ ਪੱਖ ਕਰਦੇ ਹੋ ਉਹ ਅੰਤ ਨੂੰ ਨਾਸ ਹੋ ਜਾਂਦੇ ਹਨ। ਝੂਠ ਧੜੇ ਕਰ ਪਛੋਤਾਹੇ। ਝੂਠ ਮਿਥਿਆ ਧੜੇ ਪੱਖ ਕਰਕੇ ਅੰਤ ਨੂੰ ਪਛੋਤਾਹੇ, ਪਛਤਾਉਣਾ ਹੀ ਪੈਂਦਾ ਹੈ। ਜਿਹੜੇ ਝੂਠ ਦੇ ਧੜੇ, ਝੂਠ ਵਾਲਿਆਂ ਦੇ ਪੱਖ ਹਨ, ਉਹ ਪੱਖ ਹੋਣ ਕਰਕੇ ਪਛਤਾਉਣਾ ਹੀ ਪੈਂਦਾ ਹੈ। ਥਿਰ ਨਾ ਰਹੇ ਮਨ ਖੋਟ ਕਮਾਹੇ। ਹੇ ਭਾਈ, ਇਹ ਸੰਸਾਰ ਦੇ ਸਾਰੇ ਪੱਖ, ਸਾਰੇ ਧੜੇ ਇਸਤਤ ਨਹੀਂ ਰਹਿੰਦੇ, ਕਿਉਂਕਿ ਮਨ ਖੋਟ ਕਮਾਹੇ ਕਿ ਸੰਸਾਰੀ ਲੋਕ ਮਨ ਵਿੱਚ, ਚਿੱਤ ਵਿੱਚ ਖੋਟ ਦੋਸ਼ ਕਮਾਉਂਦੇ ਹਨ। ਇਸੇ ਕਰਕੇ ਇਹਨਾਂ ਦਾ ਆਪਸ ਦੇ ਵਿੱਚ ਪੱਖ ਧੜਾ ਹੈ ਜਿਹੜਾ ਨਿਭਦਾ ਨਹੀਂ, ਇਹਨਾਂ ਦੇ ਅੰਦਰ ਖੋਟ ਹੁੰਦਾ ਹੈ। ਥਿਰ ਨਾ ਰਹੇ ਮਨ ਖੋਟ ਕਮਾਹੇ ਕਿ ਹੇ ਭਾਈ, ਇਹ ਸੰਸਾਰ ਦੇ ਸਾਰੇ ਜਿਹੜੇ ਪੱਖ ਹਨ, ਧੜੇ ਹਨ, ਇਹ ਇਸਤਤ ਨਹੀਂ ਰਹਿੰਦੇ, ਇਹ ਟਿਕੇ ਨਹੀਂ ਰਹਿੰਦੇ, ਕਿਉਂਕਿ ਸੰਸਾਰੀ ਲੋਕ ਚਿੱਤ ਵਿੱਚ ਖੋਟ ਕਮਾਉਂਦੇ ਹਨ। ਖੋਟ ਕਮਾਉਣ ਕਰਕੇ ਇਹਨਾਂ ਦਾ ਮਿਲਾਪ, ਇਹਨਾਂ ਦੇ ਧੜੇ, ਇਹਨਾਂ ਇੱਕ ਦੂਜੇ ਦਾ ਪੱਖ ਨਹੀਂ ਨਿਭਦਾ। ਹਮ ਹਰ ਸਿਉ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾਹੇ। ਮਹਾਰਾਜ ਜੀ ਕਹਿਣ ਲੱਗੇ ਹੈ ਭਾਈ, ਅਸੀਂ ਤਾਂ ਉਸ ਅਕਾਲ ਪੁਰਖ ਦੇ ਸਾਥ ਹੀ ਧੜਾ ਪੱਖ ਕੀਤਾ ਹੈ ਜਿਸ ਦਾ ਕੋਈ ਸਮਰੱਥ ਨਾਹੇ। ਜਿਸ ਪਰਮੇਸ਼ਰ ਦਾ ਮੁਕਾਬਲਾ ਕਰਨ ਨੂੰ ਕੋਈ ਸਮਰੱਥ ਬਲਵਾਨ ਨਹੀਂ ਹੈ, ਅਸੀਂ ਉਸ ਪਰਮੇਸ਼ਰ ਦਾ ਧੜਾ ਕੀਤਾ ਹੈ, ਪੱਖ ਕੀਤਾ ਹੈ। ਜਿਸ ਪਰਮੇਸ਼ਰ ਦਾ ਮੁਕਾਬਲਾ ਕਰਨ ਵਾਲਾ ਕੋਈ ਵੀ ਉਸ ਦੇ ਸਮਰੱਥ ਨਹੀਂ ਹੈ। ਇਹ ਸਭ ਧੜੇ ਮਾਇਆ ਮੋਹ ਪਸਾਰੀ। ਮਹਾਰਾਜ ਜੀ ਕਹਿਣ ਲੱਗੇ ਇਹ ਦੁਨੀਆ ਦੇ ਸਾਰੇ ਧੜੇ, ਸਾਰੇ ਪੱਖ ਮਾਇਆ ਦੇ ਮੋਹ, ਮਾਇਆ ਦੇ ਸਨੇਹ ਦੇ ਪਸਾਰੀ, ਪਸਾਰੇ ਵਾਲੇ ਹਨ। ਇਹ ਸਭ ਧੜੇ ਮਾਇਆ ਮੋਹ ਪਸਾਰੀ ਕਿ ਇਹ ਦੁਨੀਆ ਦੇ ਸਾਰੇ ਧੜੇ ਪੱਖ ਮਾਇਆ ਦੇ ਸਨੇਹ ਦੇ ਪਸਾਰੇ ਵਾਲੇ ਹਨ। ਮਾਇਆ ਕੋ ਲੂਜੇ ਗਵਾਰੀ। ਮੋਹ ਕਰਕੇ ਮਾਇਆ ਹੀ ਫੈਲਾਈ ਹੋਈ ਹੈ। ਗਾਵਾਰੀ ਮੂਰਖ ਪੁਰਸ਼ ਮਾਇਆ ਤਾਈ ਹੀ ਲੂਝਦੇ ਹਨ, ਮਾਇਆ ਵਾਸਤੇ ਝਗੜਦੇ ਰਹਿੰਦੇ ਹਨ। ਜਨਮ ਮਰੇ ਜੂਐ ਬਾਜੀ ਹਾਰੀ। ਵਿਸ਼ਿਆਂ ਰੂਪੀ ਜੂਏ ਵਿੱਚ ਆਪਣੇ ਮਨੁੱਖਾ ਜਨਮ ਰੂਪੀ ਬਾਜੀ ਖੇਡ ਨੂੰ ਹਾਰ ਕਰਕੇ ਸੰਸਾਰ ਵਿੱਚ ਜਨਮ ਮਰਹੇ ਕਿ ਜਨਮ ਮਰਹੇ ਜੰਮਦੇ ਮਰਦੇ ਰਹਿੰਦੇ ਹਨ। ਜਨਮ ਮਰਹੇ ਜੂਐ ਬਾਜੀ ਹਾਰੀ ਕਿ ਵਿਸ਼ਿਆਂ ਰੂਪੀ ਜੂਏ ਵਿੱਚ ਆਪਣੇ ਮਨੁੱਖਾ ਜਨਮ ਰੂਪੀ ਬਾਜੀ ਨੂੰ ਹਾਰ ਕਰਕੇ ਸੰਸਾਰ ਵਿੱਚ ਜੰਮਦੇ ਮਰਦੇ ਰਹਿੰਦੇ ਹਨ। ਹੇ ਭਾਈ, ਹਮਰੈ ਹਰ ਧੜਾ
ਜੇ ਹਲਤ ਪਲਤ ਸਭ ਸਵਾਰੀ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਹਮਰਾ ਸਾਡੇ ਕੋਲ ਤਾਂ ਉਸ ਪਰਮੇਸ਼ਰ ਦਾ ਧੜਾ, ਪਰਮੇਸ਼ਰ ਦਾ ਪੱਖ ਹੈ, ਜਿਹੜਾ ਪਰਮੇਸ਼ਰ ਹਲਤ ਪਲਤ ਲੋਕ ਪਰਲੋਕ ਆਦਿਕ ਸਾਰਾ ਕੁਝ ਹੀ ਸਵਾਰ ਦਿੰਦਾ ਹੈ। ਸਾਡਾ ਤਾਂ ਉਹ ਪਰਮੇਸ਼ਰ ਪੱਖ ਕਰ ਰਿਹਾ ਹੈ, ਸਾਡਾ ਤਾਂ ਉਹ ਪਰਮੇਸ਼ਰ ਹੀ ਧੜਾ ਹੈ। ਕਲਯੁਗ ਮੈਂ ਧੜੇ ਪੰਜ ਚੋਰ ਝਗੜਾਏ। ਹੇ ਭਾਈ, ਕਲਯੁਗ ਦੇ ਵਿੱਚ ਜੋ ਸੰਸਾਰੀ ਧੜੇ ਕਰਦੇ ਹਨ, ਪੱਖ ਕਰਦੇ ਹਨ, ਉਹਨਾਂ ਨੂੰ ਪੰਜ ਕਾਮ ਆਦਿਕ ਚੋਰ ਝਗੜਿਆਂ ਵਿੱਚ ਲਾ ਕੇ ਝਗੜਾਉਂਦੇ ਰਹਿੰਦੇ ਹਨ। ਇਹੀ ਪੰਜ ਕਾਮ ਕ੍ਰੋਧ, ਦ੍ਰਿਸ਼ਟੀ, ਗੁੱਸਾ, ਚਿੱਤ ਦੀ ਤੀਖਣ ਬਿਰਤੀ, ਅਭਿਮਾਨ ਵਧਾਏ ਕਿ ਤੀਖਣ ਬਿਰਤੀ, ਲੋਭ, ਲਾਲਚ, ਸਨੇਹ ਅਤੇ ਅਭਿਮਾਨ, ਹੰਕਾਰ ਝਗੜਿਆਂ ਨੂੰ ਵਧਾਉਂਦੇ ਹਨ। ਕਾਮ, ਕ੍ਰੋਧ, ਲੋਭ, ਮੋਹ, ਅਭਿਮਾਨ ਵਧਾਏ ਕਿ ਜਿਹੜੇ ਇਹ ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨ, ਇਹ ਲਾਲਚ, ਮੋਹ, ਸਨੇਹ, ਅਭਿਮਾਨ, ਹੰਕਾਰ ਝਗੜਿਆਂ ਨੂੰ ਵਧਾਉਂਦੇ ਹਨ। ਕਾਮ, ਕ੍ਰੋਧ, ਲੋਭ, ਮੋਹ ਨੂੰ ਹਿਰਦੇ ਵਿੱਚ ਹੰਕਾਰ ਵਧਾਉਂਦਾ ਹੈ। ਜਿਸਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ। ਹੇ ਭਾਈ, ਜਿਸ ਤਾਈਂ ਮੇਰਾ ਵਾਹਿਗੁਰੂ ਦਇਆ ਦ੍ਰਿਸ਼ਟੀ ਕਰਦਾ ਹੈ, ਮਿਹਰ ਕਰਦਾ ਹੈ, ਕਿਰਪਾ ਕਰਦਾ ਹੈ, ਉਸ ਨੂੰ ਸਤ ਸੰਗਤ ਵਿੱਚ ਮੇਲ ਦਿੰਦਾ ਹੈ। ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ। ਇਹ ਭਾਈ, ਜਿਸ ਤਾਈਂ ਮੇਰਾ ਵਾਹਿਗੁਰੂ ਪਰਮੇਸ਼ਰ ਦਇਆ ਦ੍ਰਿਸ਼ਟੀ ਕਰਦਾ ਹੈ, ਮਿਹਰ ਕਰਦਾ ਹੈ, ਉਸ ਨੂੰ ਸਤ ਸੰਗਤ ਵਿੱਚ ਮੇਲ ਦਿੰਦਾ ਹੈ। ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਸਾਡਾ ਤਾਂ ਪਰਮੇਸ਼ਰ ਹੀ ਧੜਾ ਪੱਖ ਹੈ, ਜਿਸ ਨੇ ਇਹ ਦੁਨੀਆ ਦੇ ਸਾਰੇ ਧੜੇ, ਸਾਰੇ ਪੱਖ ਗਵਾ ਦਿੱਤੇ ਹਨ। ਸਾਨੂੰ ਹੋਰ ਕਿਸੇ ਦੇ ਪੱਖ ਦੀ ਲੋੜ ਨਹੀਂ ਰਹੀ, ਉਹ ਪਰਮੇਸ਼ਰ ਹੀ ਸਾਡਾ ਪੱਖ ਕਰਨ ਵਾਲਾ ਹੈ। ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ। ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ। ਜਿਹੜੇ ਲੋਕ ਮਿਥਿਆ ਝੂਠਾ ਹੀ ਦੂਜਾ ਭਾਉ ਦਵੈਤ ਭਾਵ ਵਿੱਚ ਪ੍ਰੇਮ ਕਰਕੇ ਪੱਖ ਪਾਵੈ ਪਾ ਕੇ ਬੈਠ ਜਾਂਦੇ ਹਨ ਕਿ ਪਰਾਏ ਦੋਸਾਂ ਦੀ ਅਟਕਾਰ ਲੈ ਕੇ ਆਪਣਾ ਹੰਕਾਰ ਵਧਾਉਂਦੇ ਹਨ। ਪਰਾਇਆ ਸਿੱਧਰ ਅਟਕ ਲੈ ਆਪਣਾ ਹੰਕਾਰ ਵਧਾਏ ਕਿ ਮਹਾਰਾਜ ਜੀ ਸਮਝਾ ਰਹੇ ਹਨ ਕਿ ਦੂਸਰਿਆਂ ਨੂੰ ਸਿੱਧਰ ਦੋਸਾਂ ਦੀਆਂ ਅਟਕ ਲੈ ਰੁਕਾਵਟਾਂ ਪਾ ਕੇ ਆਪਣਾ ਹੰਕਾਰ ਅਭਿਮਾਨ ਵਧਾਉਂਦੇ ਹਨ। ਜੈਸਾ ਬੀਜੈ ਤੈਸਾ ਖਾਵੈ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਜਿਹੋ ਜਿਹਾ ਲੋਕ ਕਰਮਾਂ ਰੂਪੀ ਬੀਜ ਬੀਜਦੇ ਹਨ, ਕਿਸੇ ਨੂੰ ਰੁਕਾਵਟਾਂ ਪਾਉਂਦੇ ਹਨ ਕਿ ਪਰਾਇਆ ਸਿੱਧਰ ਅਟਕ ਲੈ ਆਪਣਾ ਹੰਕਾਰ ਵਧਾਵੈ, ਕਿ ਦੂਸਰਿਆਂ ਨੂੰ ਸਿੱਧਰ ਦੋਸ਼ ਲਾ ਕੇ ਤੇ ਦੋਸ਼ ਲਾ ਕੇ ਰੁਕਾਵਟਾਂ ਪਾ ਕੇ ਆਪਣਾ ਹੰਕਾਰ ਵਧਾਉਂਦੇ ਹਨ ਕਿ ਮੈਂ ਇਹ ਕੰਮ ਰੋਕ ਦਿੱਤਾ ਹੈ ਜਾਂ ਕਰਨ ਨਹੀਂ ਦਿੰਦਾ। ਮਹਾਰਾਜ ਜੀ ਕਹਿਣ ਲੱਗੇ, ਜੈਸਾ ਬੀਜੈ ਤੈਸਾ ਖਾਵੈ। ਇਹ ਭਾਈ, ਜਿਹੋ ਜਿਹਾ ਲੋਕ ਕਰਮਾਂ ਰੂਪੀ ਬੀਜ ਬੀਜਦੇ ਹਨ, ਉਸੇ ਪ੍ਰਕਾਰ ਦਾ ਫਲ ਖਾਣਾ ਕਰਦੇ ਹਨ। ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰੇਸ਼ਟ ਜਿਣ ਆਵੈ। ਮਹਾਰਾਜ ਜੀ ਕਹਿਣ ਲੱਗੇ ਕਿ ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰੇਸ਼ਟ ਜਿਣ ਆਵੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਮੈਂ ਜਨ, ਮੈਂ ਸੇਵਕ ਦਾ ਧਰਮ ਰੂਪੀ ਪਰਮੇਸ਼ਰ ਹੀ ਧੜਾ ਪੱਖ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਮੇਰਾ ਜਨ ਸੇਵਕ ਦਾ ਧਰਮ ਰੂਪੀ ਪਰਮੇਸ਼ਰ ਹੀ ਧੜਾ ਪੱਖ ਹੈ। ਹਰੀ ਦਾ ਧਰਮ ਹੀ ਸਾਡਾ
ਪੱਖ ਹੈ। ਸਾਬ ਸ੍ਰਿਸ਼ਟ ਜਿਣ ਆਵੈ, ਜੋ ਸਭ ਸਾਰੀ ਸ੍ਰਿਸ਼ਟ ਦੁਨੀਆ ਨੂੰ ਜਿੱਤ ਕੇ ਆਉਂਦਾ ਹੈ। ਸਾਡਾ ਧੜਾ ਪੱਖ ਪਰਮੇਸ਼ਰ ਦੇ ਨਾਲ ਹੀ ਹੈ। ਜੋ ਪਰਮੇਸ਼ਰ ਦੇ ਨਾਲ ਪੱਖ, ਪਰਮੇਸ਼ਰ ਦਾ ਪੱਖ ਹੈ, ਉਹ ਸਾਰੀ ਸ੍ਰਿਸ਼ਟੀ, ਸਾਰੀ ਦੁਨੀਆ ਨੂੰ ਜਿੱਤ ਕੇ ਹੀ ਆਉਂਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ ਕੀਤਾ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਹਾਰ ਹਨ। ਹੋਈਆਂ ਭੁੱਲਾਂ ਦੀ ਖਿਮਾ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ